ਹਸਮੁਖ ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਤੇ ਗੁਣ ਸਨ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨਾਲ ਆਪ ਦਾ ਭਗਤੀ ਭਾਵ ਵੀ ਵੱਧਦਾ ਗਿਆ, ਆਪ ਦਾ ਈਸ਼ਵਰੀ ਗਿਆਨ ਵੀ ਵੱਧਦਾ ਗਿਆ ਔਰ ਆਪ ਦੀ ਈਸ਼ਵਰੀ ਲਗਨ ਨੇ ਵੀ ਵਾਧਾ ਕੀਤਾ। ਪੇਸ਼ੇ ਕਰਕੇ ਚੂੰਕਿ ਪਿਤਾ ਚਮਾਰ ਸਨ ਔਰ ਚਮੜੇ ਦਾ ਕੰਮ ਕਰਦੇ ਸਨ, ਨਵੀਆਂ ਜੁੱਤੀਆਂ ਬਣਾਉਂਦੇ ਸਨ ਔਰ ਮੋਏ ਹੋਏ ਢੋਰਾਂ ਦਾ ਚਮੜਾ ਲਾ ਕੇ ਖਲੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਿਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇਆ, ਲਿਹਾਜ਼ਾ ਆਪ ਨੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਦੇ ਵਿੱਚ ਆਪ ਲੋੜਵੰਦ ਦੀ ਜੁੱਤੀ ਗੰਢਦੇ ਸਨ, ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ, ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗੰਢ ਦਿੰਦੇ ਸਨ। ਜੁੱਤੀ ਗੰਢਣਾ ਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗੰਢਣਾ ਇਹ ਇੱਕੋ ਹੀ ਸਮੇਂ ਚੱਲਦਾ ਸੀ। ਧੰਦੇ ਦੇ ਉੱਤੇ ਧਰਮ ਦੀ ਮੋਹਰ ਸੀ, ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ, ਪਾਵਨ ਹੋ ਗਿਆ ਸੀ। ਆਪ ਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਤੇ ਆਪਣੀ ਜ਼ਾਤ ਨੂੰ ਛੁਪਾਇਆ ਨਹੀਂ ਹੈ। ਆਪ ਸਾਫ਼ ਕਹਿੰਦੇ ਨੇ, ਮੇਰੀ ਜਾਤ ਕਮੀਨੀ ਪਾਤ ਕਮੀਨੀ, ओछा जन्म हमारा तुम सरनागत राजा रामचंद कहे रविदास चमारा। ਇਹ ਗੱਲ ਵੱਖਰੀ ਹੈ ਕਿ ਹਰ ਜ਼ਾਤ ਹਰ ਵਰਨ ਦੇ ਵਿੱਚ ਭਗਤ ਬ੍ਰਹਮ ਗਿਆਨੀ ਪੈਦਾ ਹੋਏ, ਲੇਕਿਨ ਇਸ ਦੇਸ਼ ਦੀ ਵਿਪਰੀਤੀ ਅਨੁਸਾਰ ਬਣਾਇਆ ਹੋਇਆ ਵਰਨ ਵੰਡ ਉਹਦੀਆਂ ਜੜ੍ਹਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰਹਮ ਗਿਆਨੀ ਪੈਦਾ ਹੋ ਜਾਏ तो चमार ही अक्सर उसके आले दुआले बैठते सन, बाकी दूर ही रहते सन और ये अज तक भी देखने को मिलता है। तमाम जुलाहे कबीर दे कोल जा बैठे और इसे तरीके नाल छिंबिया ने नामदेव नूं अपना धार्मिक मुखी मन लिया। ये भी एक तरीके नाल वो जो बनी हुई वरण वंड की परंपरा सी ओदी ही सूक्ष्म रूप विच मनौत है। दरअसल मनुख ज्यादा धन तो प्रभावित होता है। धनवान घराने च अगर कोई ब्रह्म ज्ञानी पैदा होया है तो फिर वो अवतार कहलाया है, ते गरीब दे घर दे अगर कोई ब्रह्म ज्ञानी पैदा होया है ते उन्होंने भगत ते मनिया है, पर बहुत लंबी चौड़ी इकट्ठ भीड़ उसके आले दुआले इकट्ठी नहीं हो सकी। महात्मा बुद्ध दे नालों रविदास दा ज्ञान घट नहीं है। श्री राम दे नालों रविदास दी सोचनी ते मर्यादा घट नहीं है। कृष्ण दे गीता नालों रविदास दे गीत कोई कमजोर नहीं ने, पर वो राज घरानियां नाल ताल्लुक रखते ने, राजपुत्र ने, इस वास्ते वो अवतार कलाए। ये चमार घराने च पैदा होया, चमारां दा पुत्र है, भगत मनिया भी तां भी बहुत टेढ़े विंगे ढंग नाल। आम भगतां दी तरह आप दा जीवन भी अनेकां तरह दे संघर्ष तो लंघिया। समाजिक सतल दा संघर्ष खड़ा हो गया और धार्मिक विरोधता भी करन वास्ते तरह तरह दे प्रोहत आड़े आए और आम श्रेष्ठ पुरुषां दी तरह इन्हां दे उत्ते भी झूठे दूषण लगदे रहे। एक आम गाथा है कि आप दे गीतां तो आप दियां विचारां तो प्रभावित होई झालावाड़ दी महाराणी। उसने झालावाड़ आप नूं बुलाया। रविदास जी उसकी भगती भावना वेख के, उदी श्रद्धा वेख के पहुंचे। रविदास की आमद दे झालावाड़ दी महाराणी ने ब्रह्म भोज कीता, तमाम ब्राह्मणां नूं नौता दिता। तमाम ब्राह्मण पुजे, लेकिन जब ब्राह्मणां नूं पता चलिया कि जिसनूं बुलाया गया ते जिसदे गीत ते विचारां तो प्रेरित होके ये सारा समारोह रचिया गया है, वो ते एक चमार है, वो ते शूद्र है, तो विरोधता ते खड़े हो गए और कहने लगे, जितने तक इस चमार चों इस चमार नूं महल चों कढ़िया नहीं जांदा, असी भोजन नहीं छकांगे, असी दक्षिणा
ਨਹੀਂ ਲਵਾਂਗੇ। ਮਹਾਰਾਣੀ ਦੁਬਦਾ 'ਚ ਪੈ ਗਈ। ਜੇ ਭਗਤ ਨੂੰ ਰੱਖਦੀ ਏ ਤੇ ਬ੍ਰਾਹਮਣ ਰੁੱਸ ਕੇ ਜਾਂਦੇ ਨੇ, ਤੇ ਜੇ ਬ੍ਰਾਹਮਣਾਂ ਨੂੰ ਰੱਖਦੀ ਏ ਤਾਂ ਫਿਰ ਭਗਤ ਦਾ ਸਤਿਕਾਰ ਨਹੀਂ ਰਹਿੰਦਾ, ਭਗਤ ਦਾ ਸਨਮਾਨ ਨਹੀਂ ਰਹਿੰਦਾ। ਇਸ ਤਰ੍ਹਾਂ ਦੀ ਦੁਬਦਾ ਵਿੱਚ ਪਈ ਹੋਈ ਮਹਾਰਾਣੀ ਨੂੰ ਵੇਖ ਕੇ ਰਵਿਦਾਸ ਨੇ ਕਹਿ ਦਿੱਤਾ, ਅੱਛਾ ਮੈਂ ਇਸ ਬ੍ਰਹਮ ਭੋਜ ਦੀ ਪੰਕਤੀ ਵਿੱਚ ਨਹੀਂ ਬੈਠਦਾ। ਆਪ ਇੱਕ ਪਾਸੇ ਹੋ ਗਏ। ਲੇਕਿਨ ਜਦ ਬ੍ਰਾਹਮਣ ਭੋਜਨ ਛਕਣ ਲੱਗੇ ਪੰਗਤ ਵਿੱਚ ਬੈਠ ਕੇ, ਤੇ ਕੀ ਦੇਖਦੇ ਨੇ, ਇੱਕ ਇੱਕ ਬ੍ਰਾਹਮਣ ਦੇ ਨਾਲ ਰਵਿਦਾਸ ਬੈਠਾ ਹੈ। ਇਹ ਕਲਾ ਵੇਖ ਕੇ ਸਾਰੇ ਬ੍ਰਾਹਮਣ ਰਵਿਦਾਸ ਦੇ ਪੈਰੀ ਆ ਕੇ ਪਏ। ਇੱਥੇ ਹੀ ਰਵਿਦਾਸ ਨੂੰ ਕਹਿਣਾ ਪਿਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰੋ, ਮਾਥੇ ਛਤਰ ਧਰੇ। ਏ ਪ੍ਰਭੂ, ਮੈਂ ਤੇ ਇੱਕ ਨੀਚ ਸੀ, ਅਛੂਤ ਸੀ, ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਧਰੇ। ਜਿਸ ਦੀ ਛੋਤ ਲੋਕੀ ਮੰਨਦੇ ਸਨ, ਜਿਹਨੂੰ ਅਛੂਤ ਕਰਕੇ ਲੋਕੀ ਠੁਕਰਾਉਂਦੇ ਸਨ, ਉਹਦੇ ਸੁਰਦ ਉੱਤੇ ਤੂੰ ਮਾਣ ਸਨਮਾਨ ਦਾ ਛਤਰ ਰੱਖ ਦਿੱਤਾ। ਇਸ ਤਰ੍ਹਾਂ ਦੀ ਮਾਣ ਵਡਿਆਈ ਪਰਿਪੂਰਨ ਪ੍ਰਮਾਤਮਾ ਨੇ ਰਵਿਦਾਸ ਨੂੰ ਬਖਸ਼ਿਸ਼ ਕੀਤੀ। ਔਰ ਹਕੀਕਤ ਹੈ ਕਿ ਭਗਤਾਂ ਨੂੰ ਹਮੇਸ਼ਾ ਹੀ ਪ੍ਰਭੂ ਸਨਮਾਨ ਦਿੰਦਾ ਰਿਹਾ, ਵਡਿਆਈ ਦਿੰਦਾ ਰਿਹਾ। ਇੱਕ ਦਫਾ ਬਨਾਰਸ ਵਿੱਚ ਆਪ ਦੀ ਬ੍ਰਾਹਮਣਾਂ ਨਾਲ ਚਰਚਾ ਹੋਈ, ਚਰਚਾ ਦੀ ਮੁਠਭੇੜ। ਵਿਪਰ ਬ੍ਰਾਹਮਣਾਂ ਨੇ, ਪ੍ਰੋਹਤਾ ਨੇ ਸਾਫ਼ ਕਹਿ ਦਿੱਤਾ ਕਿ ਚਮਾਰ ਦਾ ਕੋਈ ਹੱਕ ਨਹੀਂ ਕਿਸੇ ਨੂੰ ਧਾਰਮਿਕ ਉਪਦੇਸ਼ ਦੇਣਾ, ਚਮਾਰ ਦਾ ਕੋਈ ਹੱਕ ਨਹੀਂ ਪੂਜਾ ਪਾਠ ਕਰਨਾ। ਉਸ ਵਕਤ ਰਵਿਦਾਸ ਕਹਿੰਦੇ ਨੇ ਕਿ ਮੈਂ ਹੁਣ ਪਾਵਨ ਹਾਂ, ਪਵਿੱਤਰ ਹਾਂ। ਭਾਵੇਂ ਮੇਰਾ ਪੇਸ਼ਾ ਚਮੜੇ ਦੀ ਜੁੱਤੀਆਂ ਬਣਾਉਣਾ ਹੈ, ਲੇਕਿਨ ਫਿਰ ਵੀ ਮੈਂ ਪਾਵਨ ਹਾਂ, ਪਵਿੱਤਰ ਹਾਂ। ਕੈਸੇ? ਰਵਿਦਾਸ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਾਵਨ ਨਹੀਂ ਹੋ, ਮੈਂ ਪਾਵਨ ਹਾਂ। ਤੁਸੀਂ ਪਵਿੱਤਰ ਨਹੀਂ ਹੋ, ਮੈਂ ਪਵਿੱਤਰ ਹਾਂ। ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ ਸਾਰੇ ਪ੍ਰੋਹਤ ਲੋਕਾਂ ਨੇ। ਤੋ ਰਵਿਦਾਸ ਬੜੇ ਸੁੰਦਰ ਨਾਲ, ਢੰਗ ਨਾਲ ਪ੍ਰੋਹਤਾਂ ਨੂੰ ਸਮਝਾਉਂਦੇ ਨੇ। ਆਪ ਫਰਮਾਨ ਕਰਦੇ ਨੇ, ਸੁਰਸਰੀ ਸਲ ਕ੍ਰਿਤ ਬਾਰਨੀ ਰੇ, ਤੇ ਸੰਤ ਜਨ ਕਰਤ ਨਹਿ ਪਾਨੰ। ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ, ਤੇ ਸੰਤ ਨੇ ਕਹਿ ਦੇਣਾ, ਠੀਕ ਹੈ ਇਹ ਗੰਗਾ ਜਲ ਦੀ ਬਣਾਈ ਗਈ ਹੈ, ਪਰ ਗੰਗਾ ਜਲ ਉਹ ਗੰਗਾ ਜਲ ਨਹੀਂ ਰਿਹਾ, ਉਹ ਸ਼ਰਾਬ ਹੋ ਗਏ, ਅਪਵਿੱਤਰ ਹੋ ਗਏ, ਮੈਂ ਨਹੀਂ ਪੀਆਂਗਾ। ਸੰਤ ਠੋਕਰ ਮਾਰ ਦੇਗਾ, ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ। ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਤੇ ਸੰਤ ਜਨ ਕਰਤ ਨੈ ਪਾਨੰ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨੈ ਹੋਤ ਆਨੰਦ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਦੇ ਚ ਉੰਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ, ਸੰਤ ਇਸ਼ਨਾਨ ਵੀ ਕਰੇਗਾ। ਕਿਉਂ ਕਿ ਹੁਣ ਗੰਦੇ ਨਾਲੇ ਤੇ ਗੰਦੀ ਸ਼ਰਾਬ ਗੰਗਾ ਦੇ ਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁੱਕੇ ਨੇ। ਹੂ ਬਹੁ ਰਵਿਦਾਸ ਨੇ ਕਿਹਾ, ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ, ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ, ਗੰਗਾ ਤੋਂ ਵੱਖ ਹੋ। ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ, ਪਰ ਮੈਂ ਗੰਗਾ ਦੇ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਭਾਵੇਂ ਮੈਂ ਅਛੂਤ ਘਰਾਣੇ 'ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ। ਭਾਵੇਂ ਤੁਸੀਂ ਬ੍ਰਾਹਮਣ ਘਰ ਦੇ ਜਨਮੇ ਹੋ ਤਾਂ ਵੀ ਅਛੂਤ। ਇਸ ਢੰਗ ਦੀ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨੁਭਵੀ ਸੀ। ਦਰਅਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ, ਇੱਕ ਤੇ ਹੋ ਕਿਤਾਬੀ ਵਿਦਿਆ, ਅਕਸ਼ਰੀ ਵਿਦਿਆ, ਇੱਕ ਉਹ ਜੋ ਅਨੁਭਵੀ ਵਿਦਿਆ ਹੈ। ਕਿਤਾਬੀ ਵਿਦਿਆ ਇੰਜ ਹੈ ਜੈਸੇ ਹੌਜ਼ ਦਾ ਪਾਣੀ, ਔਰ ਅਨੁਭਵੀ ਵਿਦਿਆ ਐਸੀ ਹੈ ਜੈਸੇ ਝਰਨਿਆਂ ਦਾ ਜਲ ਜੋ ਪਹਾੜਾਂ ਦੇ ਚੋਂ ਸੋਮੇ ਨਿਕਲਦੇ ਨੇ। ਈਸ਼ਵਰ ਦਾ ਚਿੰਤਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਦੇ ਚਲੀਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ। ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ। ਇੱਕ ਜੁੱਤੀ ਗੰਢਾਉਣ ਆਇਆ ਹੈ, ਉਹਨੇ ਤਰਕ ਖੜੀ ਕਰ ਦਿੱਤੀ, ਬਈ ਸੁਣ ਚਮਾਰਾ,
ਆਖਰ ਗੰਢਦਾ ਤੇ ਤੂੰ ਜੁੱਤੀਆਂ ਹੀ ਐ, ਭਗਤ ਕਿਹੜੀ ਗੱਲ ਦਾ ਬਣਿਆ ਐ। ਉੱਥੇ ਰਵਿਦਾਸ ਕਹਿੰਦੇ ਨੇ, ਚਮਰ ਠਾ ਗਾਂਠ ਨਾ ਜਾਣਾ ਹੀ, ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਲੋਗ ਗਠਾਵੇਂ ਪਾ ਨਹੀਂ, ਲੋਕ ਗਠਾਉਂਦੇ ਨੇ ਪੈਰਾਂ ਦੀ ਜੁੱਤੀ, ਜਦ ਕਿ ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਔਰ ਅਖੀਰ ਦੇ ਚ ਸ਼ਬਦ ਵਿੱਚ ਕਹਿੰਦੇ ਨੇ, ਲੋਗ ਗੰਠ ਗੰਠ ਖਰਾਬ ਗੋਚਾ, ਔ ਬਿਨ ਗੰਠੇ ਜਾਏ ਪਹੁੰਚਾ। ਬਹੁਤ ਕੀਮਤੀ ਗੱਲ ਰਹਿਸ ਤੇ ਰਮਜ਼ ਦੇ ਚ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ। ਆਪ ਕਹਿੰਦੇ ਨੇ, ਸਰੀਰ ਇੱਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ, ਹੋਰ ਕੀ ਹੈ। ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਢਦਾ ਹੈ, ਮਿੱਤਰਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਭਰਾਵਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਪਤਨੀ ਨਾਲ ਟੁੱਟਦੀ ਹੈ, ਪਤੀ ਨਾਲ ਟੁੱਟਦੀ ਹੈ, ਔਰ ਟੁੱਟਣ ਤੇ ਫਿਰ ਬੰਦਾ ਉਸ ਨੂੰ ਗੰਢਦਾ ਹੈ। ਰਵਿਦਾਸ ਕਹਿੰਦੇ ਨੇ, ਮੈਂ ਦੇਖਦਾ ਇਹ ਜੁੱਤੀ ਰੋਜ਼ ਟੁੱਟਦੀ ਹੈ, ਇਹ ਜੁੱਤੀ ਲੋਕੀ ਰੋਜ਼ ਗੰਢਾਉਂਦੇ ਨੇ। ਲੋਕ ਗੰਠ ਗੰਠ ਖਰਾਬ ਗੋਚਾ, ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੰਢਾ ਗੰਢਾ ਕੇ ਖੱਜਲ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਉਹ ਬਿਨ ਗੰਠੇ ਜਾਏ ਪਹੁੰਚਾ, ਮੈਂ ਬਿਨਾਂ ਗੰਢਿਆਂ ਹੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ, ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ। ਮੈਂ ਕਿਸੇ ਨਾਲ ਵੀ ਨਹੀਂ ਗੰਢੀ, ਔਰ ਮੈਂ ਐਸੇ ਅਕਾਲ ਪੁਰਖ ਪ੍ਰਮਾਤਮਾ ਨਾਲ ਗੰਢ ਪਾਈ ਹੈ ਜਿਹੜੀ ਟੁੱਟਦੀ ਨਹੀਂ। ਤੋਰੀ ਨਾ ਟੂਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਚਤਨੀ, ਸਾਚੀ ਪ੍ਰੀਤ ਹਮ ਤੁਮ ਸੋ ਜੋਰੀ, ਤੁਮ ਸੋ ਜੋਰ ਅਵਰ ਸੰਗ ਤੋਰੀ। ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ। ਆਪ ਇਸ ਸ਼ਬਦ ਵਿੱਚ ਕਹਿੰਦੇ ਨੇ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤੀ ਭਾਵ ਨਾਲ, हे ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ, ਕਿਉਂਕਿ ਮੈਨੂੰ ਇਹ ਬੋਧ ਹੋਇਆ ਹੈ ਕਿ ਤੇਰਾ ਭਜਨ, ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ। ਜਮਾਂ ਦੀ ਫਾਈ, ਜਨਮਾਂ ਦੀ ਫਾਈ, ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ। ਦਰਅਸਲ ਇਸ ਦੇਸ਼ ਦੇ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ, ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਹੈ ਬਾਰ-ਬਾਰ ਦਾ ਜੰਮਣਾ ਤੇ ਬਾਰ-ਬਾਰ ਦਾ ਮਰਨਾ। ਜੰਮਣ ਮਰਨਾ ਬਹੁਤ ਵੱਡਾ ਦੁੱਖ ਤੇ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ, ਜਨਮ ਮਰਨ ਦੀ ਨਿਵਰਤੀ, ਜਨਮ ਮਰਨ ਤੋਂ ਛੁਟਕਾਰਾ। ਸਾਹਿਬਾਂ ਦੀ ਬਾਣੀ ਦਾ ਫੈਸਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਦਰਅਸਲ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਮੰਨਿਆ ਗਿਆ? ਜੈਸੇ ਕੋਈ ਇੱਕ ਪਹਿਲੀ ਕਲਾਸ ਵਿੱਚ ਬੱਚਾ ਪੜ੍ਹ ਰਿਹਾ ਹੈ, ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ ਹੈ, ਤੀਜੀ ਚ ਆਇਆ ਹੈ, ਚੌਥੀ ਚ ਆਇਆ ਹੈ, ਪੰਜਵੀਂ ਚ ਆਇਆ ਹੈ। ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਵਿੱਚ, ਤੇ ਉਸ ਨੂੰ ਕਹਿ ਦਿੱਤਾ ਜਾਏ ਬਈ ਕੱਲ ਤੋਂ ਤੂੰ ਪਹਿਲੀ ਕਲਾਸ ਦੇ ਵਿੱਚ ਬੈਠ। ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਹੈ ਉਹ ਫਿਰ ਪੜ੍ਹ, ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕੇ ਹੈ ਫਿਰ ਲੰਘ। ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ, ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ। ਮਨੁੱਖ ਦਾ ਜਨਮ ਹੁੰਦਾ ਹੈ, ਪੰਗੂੜੇ 'ਚ ਖੇਡਦਾ ਹੈ, ਦੁੱਧ ਚੁੰਗਦਾ ਹੈ, ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ, ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਖਿਡੌਣਿਆਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਬਾਲ ਸਕਾ ਛੋਟੇ ਛੋਟੇ ਬਾਲਕਾਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਸਕੂਲ ਜਾਂਦਾ ਹੈ, ਵਿਦਿਆਲੇ ਜਾਂਦਾ ਹੈ, ਵਿਦਿਆ ਪੜ੍ਹਦਾ ਹੈ, ਫਿਰ ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਫਿਰ ਉਸਦੇ ਬੱਚੇ ਹੁੰਦੇ ਨੇ, ਕੰਮ ਧੰਦਿਆਂ ਦੇ ਵਿੱਚ ਇਹ ਪ੍ਰਵਿਰਤ ਹੁੰਦਾ ਹੈ, ਸੁੱਖ ਦੁੱਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ। ਅੱਜ ਬੁੱਢਾ ਹੋ ਗਿਆ ਹੈ ਤੇ ਫਿਰ ਅੱਜ ਮਰਨ ਲੱਗਿਆ ਹੈ, ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ, ਤੂੰ ਫਿਰ ਖਿਡੌਣਿਆਂ ਦੀ ਖੇਡ ਖੇਡਣੀ ਹੈ, ਤੂੰ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ ਹੈ, ਤੂੰ ਫਿਰ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ ਹੈ, ਤੂੰ ਫਿਰ ਸਹਿਜੇ ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ ਹੈ, ਤੂੰ ਫਿਰ ਜਵਾਨ ਹੋਣਾ ਹੈ, ਤੂੰ ਫਿਰ ਵਿਆਹਿਆ ਜਾਣਾ ਹੈ, ਤੂੰ ਫਿਰ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਣਾ ਹੈ, ਤੇ ਇਸ ਤਰ੍ਹਾਂ ਦੁੱਖ ਸੁੱਖ ਦੇ ਜੀਵਨ ਬਤੀਤ ਕਰਦਿਆਂ ਤੂੰ ਫਿਰ ਬੁੱਢੇ ਹੋਣਾ ਹੈ, ਤੇ ਤੂੰ ਫਿਰ ਮਰ ਜਾਣਾ ਹੈ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਹਾਂ ਉਹਨਾਂ ਚੋਂ ਫਿਰ ਲੰਘੀਏ, ਜਿਨ੍ਹਾਂ ਕਿਤਾਬਾਂ ਨੂੰ ਪੜ੍ਹ ਚੁੱਕੇ ਹਾਂ ਉਹ ਫਿਰ ਪੜ੍ਹੀਏ। ਭਗਤ ਰਵਿਦਾਸ ਜੀ ਮਹਾਰਾਜ ਨੇ ਇਹ
प्रार्थना कीती, बहुत जन्म बिछरे थे माधो, ए जन्म तुम्हारे लेखे, कह रविदास आस लग जियूं, चिर भयो दर्शन देखे। ए प्रभु, बहुत जन्म मैं बिछड़िया ही रहा, जमदा रहा, मरदा रहा, जन्मदा रहा, मरदा रहा। भारत विच जितने भगत संत पैदा होए ने, उन्होंने इस ढंग नाल पुनर जन्म नूं मन्निया है। ते भारत तो बाहर अगर किसी ने पुनर जन्म नूं मन्निया है तो वह केवल सूफी फकीर ही ने। जैसे कि शमस तबरेज का कहना है, बाज आमदम ता यार रा महिमा कुनम। मैं बार बार इस दुनिया ते आया ताकि खुदा नूं अपने घर का मेहमान बना सकां, अपने घर दे च लिया सकां। ते शमस तबरेज कहंदे ने, मेरा हर जन्म व्यर्थ चला जाता रहा। वो तो इत्थे तक कहंदे ने कि जद मैं सुरत नूं पिछे लै जाना ते मैनूं 9 मावां दिखाई देंदियां ने, जिन्हां दी गोद विच मैं खेड चुकिया, जिन्हां ने पाल पोस के मैनूं वड्डा कीता सी। सुरत होर पिछे कीती जाए तां होर अनेकां मावां भी दिखाई दे सकदियां ने। दरअसल अध्यात्मक शक्ति नाल जद बंदा सुरत अगे करता है तो भविष्य की गल कर सकता है, पिछे करे तो वह भूतकाल की गल भी कर सकता है। जैसे कि गुरु गोबिंद सिंह जी महाराज ने विचित्र नाटक की कथा दे साफ कहा कि मैं हेमकुंड दा तपीश्वर सी, मैं उत्थे बैठ के तप करदा रहा। ये साहिबां दा पिछोकड़ है। आप पिछोकड़ दे च ऋषि सन, तपीश्वर सन, जपीश्वर सन, और वह भी हेमकुंड दे जपीश्वर, हेमकुंड दे तपीश्वर। एक गल स्पष्ट हो गई, अध्यात्मक शक्ति नाल अगाह पिछा वेख्या जा सकता है। तो रविदास भी पुनर्जन्म का पूरा बोध रखते ने, ज्ञान रखते ने। शमस तबरेज कहते ने कि मेरा हर जन्म इस ढंग नाल निष्फल चला गया। एक दिन ऐसा होया कि जिसनों मैं आवाज़ां मारदा सी, जिन्हों अपने मैं हिरदे दे घर दे मेहमान बनाना चाहता सी, वो मेहमान बनन लई राजी हो गया। मेरी खुशी दी कोई इंतहा ना रही, और प्रभु वो खुदा मेरे नाल चल के मेरे द्वार तक आया। मैं क्या अंदर प्रवेश करवाओ? खुदा ने कहा नहीं, अंदर वेख मेरे बैठण दी थां है कि नहीं। कहंदे ने शमस तबरेज अंदर झाती जद मारदे ने ते जिस सिंघासन ते बिठाना सी खुदा नूं, उत्थे क्रोध बैठा, उत्थे लोभ बैठा, उत्थे हंकार बैठा। ते जद धक्के मार के रविदास शमस तबरेज उन्हां नूं कढदे ने ते खुदा नूं कहंदे ने आ अंदर। कितनी देर च हुंदा की वो कढे होए फिर अंदर आ जांदे और उस सिंघासन ते बैठ जांदे। इस झगड़े दे शमस तबरेज कहंदे ने मेरी जिंदगी व्यर्थ चली गई। हकीकत है कहत कबीर पंच को झगड़ो, झगरत जन्म गवाया, झूठी माया सब जग बांधिया, मैं राम रमत सुख पाया। तो रविदास कहंदे ने हे प्रभु, मैं बहुत जन्मां तो बिछड़िया रहा, अद की बख्शिश कर, अद की रहमत कर, तू मेरे हिरदे विच आण के वस, ताकि जन्म मरण तो छुटकारा होवे। निर्माणता आप दी इतनी ज्यादा है कि जद आप दे भगती भाव दा चारों पासे प्रभाव पिया, आप दे गुणा दी महक जद चारों पासे फैली, ते कुदरती सी इस तो ना चाहते होया भी लोकां ने, पुरोहित लोगां ने भी मुअत्तर होना सी। तो बनारस दा जो मुखी पुरोहित सी, एक दिन गुणा तो प्रभावित होके, भक्ति भाव तो प्रभावित होके आप दे कदमां ते आके डिगया। रविदास दे उत्ते एकदम बिस्मादकारी हो गया कि मुखी पुरोहित बनारस दी सिरमौर हस्ती, ओदा मस्तक मेरे कदमां ते। तो निर्माणता दी हद है रविदास दी। आप कहंदे ने मेरी जात कुडवांडला, ढोर ढोवंता, अज हूं बनारसी आस पासा। मैं ते एक चमार दा पुत्र, मेरा जन्म उस घराने विच होया है जिहड़े मोए होए ढोरां दी खल लांदे ने। और अज हूं बनारसी आस पासा, ओ ते अज भी बनारस दे आले दुआले मेरी जात दे बंदे मोए होए ढोरां दी खल लांदे ने। मेरी जात कुटबांडला, ढोर ढोवंता, अज हूं बनारसी आस पासा, पर अब विपर ते प्रधान करे डंडौत,
ਤੇਰੇ ਨਾਏ ਸਰਣਾਏ ਰਵਿਦਾਸ ਦਾਸਾ। हे ਪ੍ਰਭੂ, ਹੁਣ ਤੇ ਪ੍ਰਧਾਨ ਵਿਪਰ ਮੁਖੀ ਪ੍ਰੋਹਤ ਮੈਨੂੰ ਸਜਦਾ ਕਰਦਾ ਹੈ, ਮੈਨੂੰ ਮੱਥਾ ਟੇਕਦਾ ਹੈ। ਪਰ हे ਪ੍ਰਭੂ, ਇਹ ਮੈਨੂੰ ਨਹੀਂ ਮੱਥਾ ਟੇਕ ਰਿਹਾ, ਇਹ ਤੈਨੂੰ ਹੀ ਮੱਥਾ ਟੇਕ ਰਿਹਾ ਹੈ, ਕਿਉਂਕਿ ਤੂੰ ਮੇਰੇ ਹਿਰਦੇ 'ਚ ਆਣ ਕੇ ਵਸਿਆ ਹੈ। ਜਿਸ ਦਿਨ ਦਾ ਤੂੰ ਮੇਰੇ ਹਿਰਦੇ 'ਚ ਆਣ ਕੇ ਵਸਿਆ ਹੈ, ਉਸ ਦਿਨ ਦਾ ਮੈਂ ਚਮਾਰ ਨਹੀਂ, ਬ੍ਰਾਹਮਣ ਹੋ ਗਿਆ। ਉਸ ਦਿਨ ਦਾ ਮੈਂ ਅਛੂਤ ਨਹੀਂ, ਪਾਵਨ ਹੋ ਗਿਆ। ਉਸ ਦਿਨ ਦਾ ਮੈਂ ਤੁੱਛ ਨਹੀਂ, ਸ੍ਰੇਸ਼ਟ ਹੋ ਗਿਆ। ਔਰ ਉਸ ਦਿਨ ਦਾ ਮੈਂ ਇਹ ਵੀ ਮਹਿਸੂਸ ਕਰ ਰਿਹਾ ਕਿ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਅੰਤਰਾ ਵੀ ਨਹੀਂ ਰਿਹਾ। ਤੋ ਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਇਤੇ ਇਤਨਾ ਹੀ ਭੇਦ ਹੈ ਜੈਸੇ ਸੋਨਾ ਤੇ ਸੋਨੇ ਦੇ ਗਹਿਣੇ, ਲੇਕਿਨ ਇਹ ਭੇਦ ਵੀ ਮੇਰਾ ਮਿਟ ਗਿਆ। ਇਸ ਤੋਂ ਪਹਿਲੇ ਮੈਂ ਭਰਮ ਦੇ ਜ਼ਰੂਰ ਸੀ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ। ਅਛਤ ਰਾਜ ਵਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇਹ ਅਵਸਥਾ ਮੇਰੀ ਰਹੀ ਹੈ ਜੈਸੇ ਕੋਈ ਰਾਜਾ ਸੌਂ ਜਾਏ ਤੇ ਸੁਪਨੇ 'ਚ ਬਿਖਾਰੀ ਹੋ ਜਾਏ ਤੇ ਦਰ ਦਰ ਭਿਕਸ਼ਾ ਮੰਗੇ ਤੇ ਦੁਖੀ ਹੋ ਰਿਹਾ ਹੋਵੇ, ਬੇਚੈਨ ਹੋ ਰਿਹਾ ਹੋਵੇ, ਰੋ ਰਿਹਾ ਹੋਵੇ। ਹੈ ਤੇ ਉਹ ਰਾਜਾ, ਪਰ ਨੀਂਦ ਕਰਕੇ ਬਿਖਾਰੀ ਬਣ ਗਿਆ ਹੈ। ਤੇ ਹਰ ਮਨੁੱਖ ਰਾਮ ਦੀ ਹੀ ਅੰਸ਼, ਪ੍ਰਭੂ ਦੀ ਹੀ ਅੰਸ਼, ਪਰ ਅਗਿਆਨ ਵਸ ਹੋ ਕੇ ਆਪਣੇ ਆਪ ਨੂੰ ਇਹ ਸਰੀਰ ਸਮਝ ਬੈਠਾ ਔਰ ਜਨਮ ਮਰਨ ਦੇ ਦੁੱਖ ਨੂੰ ਸਹਾਰਨ ਵਾਲਾ ਮਨ ਬੈਠਾ ਹੈ। ਸੰਸਾਰ ਦੀਆਂ ਵਿਪਤਾਵਾਂ ਸਹਿੜ ਬੈਠਾ ਹੈ। ਜਿਸ ਦਿਨ ਗਿਆਨ ਉਦੇ ਆਉਂਦਾ ਹੈ, ਜਿਸ ਦਿਨ ਪ੍ਰਕਾਸ਼ ਆਉਂਦਾ ਹੈ, ਉਸ ਦਿਨ ਇਸ ਨੂੰ ਪਤਾ ਚੱਲਦਾ ਹੈ। ਜਿਸ ਦਿਨ ਜਾਗਰਤ ਅਵਸਥਾ ਪ੍ਰਾਪਤ ਹੁੰਦੀ ਹੈ, ਉਸ ਦਿਨ ਇਸ ਨੂੰ ਬੋਧ ਆਉਂਦਾ ਹੈ, ਮੈਂ ਤੇ ਰਾਜਾ ਹਾਂ, ਬਿਖਾਰੀ ਨਹੀਂ, ਮੈਂ ਤੇ ਸ਼ਹਿਨशाह। ਤੋ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ। ਅਛਤ ਰਾਜ बिछरत दुख पाया, सोगत भई हमारी। राज भयंग प्रसंग जैसे हैं, अब कछ मरम जनाया। अनेक कटक जैसे भूल परे, अब कहते कहन ना आया। बड़ा सुंदर उदाहरण देता है कि गली दे चों एक मनुख लंघिया जा रहा है, रस्सी पई है, अंधेरा है। तो अंधेरे ने भरम पैदा किया, भरम ने रस्सी नूं सप बना दिता। ਤੇ ਜਦ ਰੱਸੀ ਸੱਪ ਬਣ ਗਈ ਤਾਂ ਸੱਪ ਨੇ ਡਰ ਪੈਦਾ ਕਰ ਦਿੱਤਾ, ਤੇ ਜਦ ਡਰ ਪੈਦਾ ਹੋ ਗਿਆ ਤਾਂ ਚੱਲਣਾ ਰੁਕ ਗਿਆ, ਸਫ਼ਰ ਰੁਕ ਗਿਆ। ਕਿਸੇ ਨੇ ਲਾਲਟੈਨ ਆ ਕੇ ਜਲਾਈ ਤੇ ਲਾਲਟੈਨ ਦੇ ਰੋਸ਼ਨ ਹੁੰਦਿਆਂ ਅੰਧੇਰਾ ਚਲਾ ਗਿਆ। ਅੰਧੇਰਾ ਚਲਾ ਗਿਆ, ਭਰਮ ਚਲਾ ਗਿਆ, ਭਰਮ ਚਲਾ ਗਿਆ ਤਾਂ ਸੱਪ ਵੀ ਚਲਾ ਗਿਆ, ਸੱਪ ਚਲਾ ਗਿਆ ਤਾਂ ਡਰ ਵੀ ਚਲਾ ਗਿਆ, और डर चला गया तो सफर दा जो है होना भी जारी हो गया। कदम चलने आरंभ हो गए, पैर रुके हुए चल पे। श्री रविदास जी महाराज कहते ने इस तरह भरम विच मैं रहा, पर हुण ये भरम दी निवृत्ति हो गई है। हुण ते हे प्रभु तो ही मोही अंतर कैसा, कनक कटक जल तरंग जैसा। हुण ते मैं तेरा रूप हो गया, तू मेरे अंदर की बैठा है कि मैं तेरा ही रूप हो गया। भावें मैं अछूत सी पर हुण मैं पावन हो गया।